ਇਸ ਤੋਂ ਪਹਿਲਾਂ ਅਸੀਂ ਪੱਲਵਾਂ ਬਾਰੇ ਕੀਤਾ ਸੀ ਕਿ ਪੱਲਵਾਂ ਦਾ ਜੋ ਰਾਜਧਾਨੀ ਸੀ ਉਹ ਕਿਹੜੀ ਸੀਗੀ, ਕਾਂਚੀਪੁਰਮ। ਤਾਮਿਲਨਾਡੂ ਵਿੱਚ ਮਦਰਾਸ ਦੇ ਨੇੜੇ ਕਾਂਚੀਪੁਰਮ ਉਹਨਾਂ ਦੀ ਰਾਜਧਾਨੀ ਸੀ ਪੱਲਵਾਂ ਦੀ। ਫਿਰ ਅਸੀਂ ਕੀਤਾ ਸੀ ਪੱਲਵ ਰਾਜਿਆਂ ਬਾਰੇ ਕੀਤਾ ਸੀਗਾ। ਸਿੰਘ ਬਰਮਨ ਨੇ ਨੀਂਹ ਰੱਖੀ ਸੀ, ਉਸ ਤੋਂ ਬਾਅਦ ਮਹਿੰਦਰ ਬਰਮਨ, ਪਰ ਉਹ ਹਾਰਦਾ ਰਿਹਾ। ਫਿਰ ਨਰਸਿੰਘ ਬਰਮਨ, ਅਤੇ ਇਹਨਾਂ ਨੇ ਕਈ ਮੰਦਰ ਬਣਵਾਏ ਸਨ ਮਹਾਬਲੀਪੁਰਮ 'ਚ, ਤਾਮਿਲਨਾਡੂ ਵਿੱਚ। ਅਤੇ 9ਵੀਂ ਸਦੀ ਵਿੱਚ ਚੌਲ ਸ਼ਾਸਕਾਂ ਨੇ ਪੱਲਵਾਂ ਨੂੰ ਹਰਾ ਕੇ ਇਹਨਾਂ ਦੇ ਰਾਜ ਦਾ ਅੰਤ ਕਰ ਦਿੱਤਾ ਸੀ। ਫਿਰ ਅਸੀਂ ਪਾਂਡਿਆਂ ਬਾਰੇ ਅਸੀਂ ਪ੍ਰਾਚੀਨ ਇਤਿਹਾਸ ਕੀਤਾ ਸੀ ਕਿ ਚੌਲ, ਚੇਰ, ਪਾਂਡਿਆ। ਜੋ ਪਾਂਡਿਆ ਸੀ ਇਹ ਤਾਮਿਲਨਾਡੂ ਦੇ ਦੱਖਣੀ ਭਾਗਾਂ 'ਚ ਸੀ। ਇਹਦੀ ਰਾਜਧਾਨੀ ਮਦੁਰਾ ਸੀ, ਅਤੇ ਇਹਨਾਂ ਦਾ ਰਾਜਾ ਸੀ ਇੱਕ ਕੀਤਾ ਸੀ ਨੇਂਦੂਜ਼ਦਾਇਨ। ਅਤੇ ਅਸੀਂ ਸਾਰਾ ਕੁਝ ਪਹਿਲਾਂ ਕਰ ਚੁੱਕੇ ਹਾਂ ਵੀ ਇਹਨਾਂ ਦਾ ਜੋ ਰਾਜ ਸੀ ਉਹ ਮੋਤੀਆਂ ਦੇ ਵਪਾਰ ਲਈ ਬਹੁਤ ਜ਼ਿਆਦਾ ਪ੍ਰਸਿੱਧ ਸੀ। ਇਹ ਅਸੀਂ ਕੀਤਾ ਸੀ ਪ੍ਰਾਚੀਨ ਇਤਿਹਾਸ 'ਚ। ਹੁਣ ਅਸੀਂ ਕਰ ਰਹੇ ਹਾਂ ਮੱਧਕਾਲ 'ਚ। ਤਾਂ ਤਾਮਿਲਨਾਡੂ ਦੇ ਦੱਖਣੀ ਭਾਗਾਂ ਵਿੱਚ ਸਥਾਪਿਤ ਕੀਤਾ। ਇਸ ਰਾਜ ਦੀ ਰਾਜਧਾਨੀ ਨੂੰ ਮਦੁਰਾਈ ਜਾਂ ਮਦੁਰਾ ਕਿਹਾ ਜਾਂਦਾ ਸੀ। ਇਹ ਸਿੱਖਿਆ ਦਾ ਇੱਕ ਮਹੱਤਵਪੂਰਨ ਕੇਂਦਰ ਸੀ। ਮਾਰਕ ਪੋਲੋ ਨੇ ਪਾਂਡਿਆ ਰਾਜ ਦੀ ਯਾਤਰਾ ਕੀਤੀ। ਮਾਰਕ ਪੋਲੋ ਇੱਕ ਯਾਤਰੀ ਸੀ, ਉਸਨੇ ਪਾਂਡਿਆ ਰਾਜ ਦੀ ਯਾਤਰਾ ਕੀਤੀ ਮਾਰਕ ਪੋਲੋ ਨੇ। ਇਹ ਕੁਐਸਚਨ ਯਾਦ ਕਰਨਾ ਪੈਂਦਾ। ਜਿਵੇਂ ਹਿਊਨ ਸਾਂਗ ਨੇ ਕੀਤੀ ਸੀ ਹਰਸ਼ਵਰਧਨ ਦੇ, ਅਤੇ 641 ਵਿੱਚ ਆਇਆ ਸੀ ਉਹ ਚੈਲੁਕਿਆ ਵੰਸ਼ ਦੇ ਪੁਲਕੇਸ਼ਨ ਦੂਸਰੇ ਦੇ ਸਮੇਂ। ਫਿਰ 642 'ਚ ਗਿਆ ਸੀਗਾ ਉਹ। ਅਸੀਂ ਕੀਤਾ ਸੀਗਾ ਕਿ ਜੋ ਹਿਊਨ ਸਾਂਗ ਸੀ ਚੀਨੀ ਯਾਤਰੀ ਸੀਗਾ, ਉਹ ਪੱਲਵਾਂ ਦੇ ਰਾਜਧਾਨੀ ਕਾਂਚੀ ਵਿੱਚ ਵੀ ਗਿਆ ਸੀਗਾ। ਹਿਊਨ ਸਾਂਗ ਕਾਂਚੀ ਵਿੱਚ ਵੀ ਗਿਆ ਸੀਗਾ। ਇਹ ਸਾਰਾ ਕੁਝ ਪਹਿਲਾਂ ਅਸੀਂ ਕਰ ਚੁੱਕੇ ਹਾਂ। ਜਿਸ ਤਰ੍ਹਾਂ ਹਿਊਨ ਸਾਂਗ ਨੇ ਯਾਤਰਾ ਕੀਤੀ ਸੀ, ਇਸੇ ਤਰ੍ਹਾਂ ਅਸੀਂ ਕੀਤਾ ਸੀਗਾ ਵਿਜੇਨਗਰ ਸਾਮਰਾਜ ਬਾਰੇ। ਵਿਜੇਨਗਰ ਸਾਮਰਾਜ ਦੇ ਬਾਰੇ ਵੀ ਇੱਕ ਵਿਦੇਸ਼ੀ ਯਾਤਰੀ ਨੇ ਲਿਖਿਆ ਸੀਗਾ। ਉਹ ਤੁਸੀਂ ਦੇਖਿਓ ਵੀ ਕੌਣ ਸੀਗਾ, ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਵੀ ਵਿਜੇਨਗਰ ਸਾਮਰਾਜ ਦੀ ਯਾਤਰਾ ਕਿਸ ਨੇ ਕੀਤੀ ਸੀਗੀ। ਤਾਂ ਚੌਲ ਸ਼ਾਸਕਾਂ ਬਾਰੇ ਮਾਰਕ ਪੋਲੋ ਨੇ ਪਾਂਡਿਆ ਰਾਜ ਦੀ, ਇਹ ਤੁਹਾਨੂੰ ਯਾਦ ਰੱਖਣਾ ਪਊਗਾ ਮਾਰਕ ਪੋਲੋ ਪਾਂਡਿਆ। ਤਾਂ ਹਰ ਇੱਕ ਚੀਜ਼ ਦਾ ਤੁਹਾਨੂੰ ਜੋੜ ਕੇ ਰੱਖਣਾ ਪਊ ਯਾਦ, ਤਾਂ ਕਿ ਤੁਹਾਡੀ ਚੰਗੀ ਤਰ੍ਹਾਂ ਤਿਆਰੀ ਹੋ ਜੇ। ਤਾਂ ਜਿਸ ਤਰ੍ਹਾਂ ਹਿਊਨ ਸਾਂਗ ਕੀਤਾ ਸੀ, ਹਿਊਨ ਸਾਂਗ ਨੇ ਪਹਿਲਾਂ ਕੀਤੀ ਹਰਸ਼ਵਰਧਨ ਦੇ ਰਾਜ ਦੀ, ਫਿਰ 641 ਵਿੱਚ ਚਾਲੁਕਿਆ ਪੁਲਕੇਸ਼ਨ ਦੂਸਰੇ ਸਮੇਂ, ਫਿਰ 642 ਵਿੱਚ ਕਾਂਚੀ ਦੀ ਪੱਲਵਾਂ। ਅਤੇ ਇਸੇ ਤਰ੍ਹਾਂ ਅਸੀਂ ਕੀਤਾ ਸੀਗਾ ਕਿ ਵਿਜੇਨਗਰ ਸਾਮਰਾਜ ਦੀ ਯਾਤਰਾ ਕੀਤੀ ਸੀਗੀ, ਉਹ ਤੁਸੀਂ ਦੇਖਿਓ ਵੀ ਕੌਣ ਸੀਗਾ। ਅਤੇ ਫਿਰ ਇਸੇ ਤਰ੍ਹਾਂ ਅਸੀਂ ਕੀਤਾ ਸੀਗਾ ਚੰਦਰਗੁਪਤ ਵਿਕਰਮਾਦਿੱਤਿਆ ਦੂਜੇ ਦੇ ਸਮੇਂ ਆਇਆ ਸੀਗਾ ਫਾਹੀਆਨ, ਚੀਨੀ ਯਾਤਰੀ। ਇਸੇ ਤਰ੍ਹਾਂ ਫਿਰ ਮਾਰਕ ਪੋਲੋ ਮਦੁਰਾਈ। ਜਾਂ ਤਾਂ ਫਿਰ ਯਾਦ ਕਰਨਾ ਤਾਂ ਯਾਦ ਕਰਨਾ ਮਦੁਰਾ ਹੁੰਦੀ ਹੈ ਸ਼ਰਾਬ। ਜੇ ਬੰਦਾ ਸ਼ਰਾਬ ਜ਼ਿਆਦਾ ਪੀਂਦਾ ਤਾਂ ਉਹ ਮਾਰ ਦਿੰਦੀ ਆ। ਜੇ ਬੰਦਾ ਸ਼ਰਾਬ ਜ਼ਿਆਦਾ ਪੀਂਦਾ ਤਾਂ ਬੰਦੇ ਨੂੰ ਮਾਰ ਦਿੰਦੀ ਆ। ਤਾਂ ਮਦੁਰਾਈ ਦੇ ਨਾਲ ਜੋੜ ਲਿਓ, ਮਦੁਰਾਈ ਦੇ ਨਾਲ ਜੋੜ ਲਿਓ ਮਾਰਕ ਪੋਲੋ ਨੇ ਪਾਂਡਿਆ ਰਾਜ ਦੀ ਯਾਤਰਾ ਕੀਤੀ ਅਤੇ ਇੱਕ ਬਿਰਤਾਂਤ ਲਿਖਿਆ। 14ਵੀਂ ਸਦੀ ਵਿੱਚ ਪਾਂਡਿਆ ਰਾਜ ਦਾ ਪਤਨ ਹੋ ਗਿਆ ਸੀ। 14ਵੀਂ ਸਦੀ ਵਿੱਚ ਪਾਂਡਿਆ ਰਾਜ ਦਾ ਪਤਨ ਹੋ ਗਿਆ ਸੀ। ਚੌਲ ਸ਼ਾਸਕਾਂ ਬਾਰੇ ਮੱਧਕਾਲ ਯੁੱਗ ਵਿੱਚ ਦੱਖਣੀ ਭਾਰਤ ਵਿੱਚ ਚੌਲ ਸ਼ਾਸਕਾਂ ਨੇ ਇੱਕ ਸ਼ਕਤੀਸ਼ਾਲੀ ਰਾਜ ਦੀ ਸਥਾਪਨਾ ਕੀਤੀ। ਇਸ ਰਾਜ ਦਾ ਪਹਿਲਾ ਸ਼ਾਸਕ ਵਿਜੈਲਿਆ, ਇਹ ਯਾਦ ਰੱਖਣਾ ਕਿ ਵਿਜੈਲਿਆ ਨੇ ਸਥਾਪਨਾ ਕੀਤੀ ਸੀਗੀ ਚੌਲ ਰਾਜ ਦੀ। ਜੋ ਅਸੀਂ ਪਹਿਲਾਂ ਕੀਤਾ ਸੀਗਾ ਉਹ ਅਸੀਂ ਕੀਤਾ ਜੀ ਪ੍ਰਾਚੀਨ, ਉਹ ਖਤਮ ਹੋ ਗਿਆ ਸੀਗਾ। ਪ੍ਰਾਚੀਨ ਕਿਤੇ ਚੌਲ ਰਾਜ, ਅਤੇ ਅਸੀਂ ਕਿਹਾ ਸੀ ਵੀ ਰਾਜਾ ਸੀ ਇੱਕ ਕਾਰੀਕਲ, ਅਤੇ ਇਹਨਾਂ ਦੀ ਰਾਜਧਾਨੀ ਸੀ ਉਰਿਆਰ। ਉਹ ਪ੍ਰਾਚੀਨ ਇਤਿਹਾਸ 'ਚ ਕਰ ਚੁੱਕੇ ਹਾਂ। ਹੁਣ ਇੱਕ ਦੁਬਾਰੇ ਸਥਾਪਨਾ ਪੁਨਰ ਜਾਗਰਿਤ ਹੋਇਆ। ਤਾਂ ਇਸ ਰਾਜ ਦਾ ਪਹਿਲਾ ਸ਼ਾਸਕ ਸੀਗਾ ਵਿਜੇਲਿਆ। ਉਸਨੇ ਪੱਲਵਾਂ ਕੋਲੋਂ ਤੰਜੌਰ ਨੂੰ ਜਿੱਤ ਲਿਆ, ਕਿਉਂਕਿ ਉਹ ਪੱਲਵ ਸੀ, ਉਹ ਵੀ ਤਾਮਿਲਨਾਡੂ ਵਾਲੇ ਪਾਸੇ ਸਨ। ਜਿਹੜੇ ਪੱਲਵ ਸੀ ਉਹਨਾਂ ਦੀ ਰਾਜਧਾਨੀ ਕਿਹੜੀ ਸੀ, ਕਾਂਚੀ। ਤਾਂ ਉਸਨੇ ਪੱਲਵਾਂ ਕੋਲੋਂ ਤੰਜੌਰ ਨੂੰ ਜਿੱਤ ਲਿਆ, ਵਿਜੇ ਕਰ ਲਿਆ ਕਿਹਨੂੰ, ਤੰਜੌਰ ਨੂੰ। ਜਿੱਤ ਹੋ ਗਿਆ, ਵਿਜੇ ਕਰ ਲਿਆ। ਤਾਂ ਵਿਜੇਲਰ ਨੇ ਤੰਜੌਰ ਨੂੰ ਜਿੱਤ ਲਿਆ।
ਅਤੇ ਉਸ ਨੂੰ ਆਪਣੀ ਰਾਜਧਾਨੀ ਬਣਾਇਆ। ਪ੍ਰਾਂਤਕ ਪਹਿਲਾ ਚੌਲ ਰਾਜ ਦਾ ਇੱਕ ਸ਼ਕਤੀਸ਼ਾਲੀ ਰਾਜਾ ਸੀ। ਉਸਨੇ ਪਾਂਡਿਆ, ਕਿਉਂਕਿ ਪੱਲਵ, ਚੌਲ, ਪਾਂਡਿਆ ਸਾਰਿਆਂ ਦਾ ਏਰੀਆ ਇੱਕੋ ਸੀਗਾ, ਤਾਂ ਪ੍ਰਾਂਤਕ ਪਹਿਲਾ ਨੇ ਪਾਂਡਿਆ ਸ਼ਾਸਕਾਂ ਨੂੰ ਹਰਾ ਕੇ ਉਹਨਾਂ ਦੀ ਰਾਜਧਾਨੀ ਮਥੁਰਾ 'ਤੇ ਕਬਜ਼ਾ ਕਰ ਲਿਆ। ਉਹ ਬਾਅਦ ਵਿੱਚ 949 ਈਸਵੀ ਵਿੱਚ ਪ੍ਰਾਂਤਕ ਪਹਿਲਾ ਤਕਲੋਮ ਦੀ ਲੜਾਈ ਵਿੱਚ ਰਾਸ਼ਟਰਕੂਟ ਸ਼ਾਸਕ ਕ੍ਰਿਸ਼ਨ ਤੀਜੇ ਤੋਂ ਹਾਰ ਗਿਆ। ਤਾਂ ਦੇਖੋ, ਪੱਲਵ, ਪਾਂਡਿਆ ਅਤੇ ਚੌਲ ਇਹਨਾਂ ਦਾ ਖੇਤਰ ਸੀਗਾ ਉਹੀ ਤਾਮਿਲਨਾਡੂ ਵਾਲਾ। ਉੱਥੇ ਜੇ ਰਹੇ ਤਾਂ ਇਹਨਾਂ ਵਿੱਚੋਂ ਸਭ ਤੋਂ ਪਹਿਲਾਂ ਕੌਣ ਉੱਠਿਆ? ਤਾਂ ਇਹਨਾਂ ਵਿੱਚੋਂ ਪੱਲਵਾਂ ਨੂੰ ਵੀ ਹਰਾਤਾ ਅਤੇ ਪਾਂਡਿਆਂ ਨੂੰ ਵੀ ਹਰਾਤਾ। ਸਭ ਤੋਂ ਪਹਿਲਾਂ ਹਰਾਏ ਸੀ ਇਹਨਾਂ ਨੇ ਪੱਲਵਾਂ ਨੂੰ ਹਰਾਇਆ ਸੀਗਾ ਵਿਜ਼ਾਲਿਆ ਨੇ ਹਰਾਇਆ ਸੀਗਾ। ਤਾਂ ਉਹਨੇ ਕੀ ਜਿੱਤਿਆ ਸੀ? ਉਹਦੀ ਤੰਜੌਰ ਅਤੇ ਰਾਜਧਾਨੀ ਬਣ ਗਈ ਸੀ ਤੰਜੌਰ। ਫਿਰ ਉਸ ਤੋਂ ਬਾਅਦ ਆ ਗਿਆ ਪ੍ਰਾਂਤਕ ਪਹਿਲਾ, ਉਹਨੇ ਜਿੱਤਿਆ ਸੀ ਪਾਂਡਿਆ ਤੋਂ, ਉਹਨਾਂ ਦੀ ਰਾਜਧਾਨੀ ਮਥੁਰਾ। ਜਿਹੜਾ ਪ੍ਰਾਂਤਕ ਪਹਿਲਾ ਸੀਗਾ ਉਸਨੇ ਜਿੱਤਿਆ ਸੀ ਪਾਂਡਿਆ ਤੋਂ, ਉਹਨਾਂ ਦਾ ਕਿਹੜਾ? ਮਥੁਰਾ। ਠੀਕ ਆ ਜੀ। ਅਤੇ ਪਰ ਉਹ ਆਪ 949 ਈਸਵੀ ਵਿੱਚ ਤਕਲੋਮ ਦੀ ਲੜਾਈ ਵਿੱਚ ਜਿਹੜੇ ਰਾਸ਼ਟਰਕੂਟ ਸੀਗੇ ਉਹ ਕਿਹੜੇ ਪਾਸੇ ਸੀਗੇ? ਉਹ ਸੀਗੇ ਔਰੰਗਾਬਾਦ, ਮਹਾਰਾਸ਼ਟਰ ਵਾਲੇ ਪਾਸੇ। ਤਾਂ ਉਹਨਾਂ ਤੋਂ ਹਾਰ ਗਿਆ ਸੀਗਾ ਅਤੇ ਕ੍ਰਿਸ਼ਨ ਤੀਜੇ ਤੋਂ ਹਾਰ ਗਿਆ ਸੀ। ਇਸ ਹਾਰ ਤੋਂ ਬਾਅਦ ਚੌਲ ਸ਼ਾਸਕ ਸ਼ਕਤੀਹੀਨ ਹੋ ਗਏ, ਭਾਵ ਇੱਕ ਵਾਰ ਫਿਰ ਚੌਲ ਸ਼ਾਸਕ ਦਾ ਖਾਤਮਾ ਹੋ ਗਿਆ। ਪਰੰਤੂ ਰਾਜਾ ਰਾਜ ਪਹਿਲਾ ਅਤੇ ਰਾਜੇਂਦਰ ਚੌਲ ਸ਼ਾਸਕਾਂ ਨੇ ਇਸ ਰਾਜ ਨੂੰ ਮੁੜ ਹੋਂਦ ਵਿੱਚ ਲਿਆਂਦਾ ਅਤੇ ਦੱਖਣੀ ਭਾਰਤ ਵਿੱਚ ਚੌਲ ਸ਼ਾਸਕਾਂ ਨੂੰ ਇੱਕ ਮਹਾਨ ਸ਼ਕਤੀ ਬਣਾਇਆ। ਤਾਂ ਕੁਐਸਚਨ ਆ ਜਾਊਗਾ ਵੀ ਚੌਲ ਸਮਰਾਜ ਦਾ ਸੰਸਥਾਪਕ ਕੌਣ ਸੀਗਾ? ਤਾਂ ਚੌਲ ਰਾਜ ਦਾ ਸੰਸਥਾਪਕ ਸੀਗਾ ਵਿਜ਼ਾਲਿਆ। ਤਾਂ ਵਿਜ਼ਾਲਿਆ ਨੇ ਕੀ ਕੀਤਾ ਸੀਗਾ? ਜਿੱਥੇ ਅਸੀਂ ਪੱਲਵਾਂ ਨੂੰ, ਜਿੱਥੇ ਉਹਨਾਂ ਤੋਂ ਤੰਜੌਰ ਅਤੇ ਰਾਜਧਾਨੀ ਬਣਾਤਾ। ਫਿਰ ਪ੍ਰਾਂਤਕ ਪਹਿਲਾ ਆਇਆ, ਉਹਨੇ ਜਿੱਤਿਆ ਪਾਂਡਵਾਂ ਤੋਂ ਮਦੁਰਾਈ। ਪਰ 949 ਈਸਵੀ ਵਿੱਚ ਉਹ ਰਾਸ਼ਟਰਕੂਟਾਂ ਤੋਂ ਹਾਰ ਗਿਆ ਸੀ ਤਕਲੋਮ ਦੀ ਲੜਾਈ ਵਿੱਚ, ਅਤੇ ਚੌਲ ਸ਼ਾਸਕਾਂ ਦਾ ਦੁਬਾਰੇ ਇੱਕ ਵਾਰ ਫਿਰ ਅੰਤ ਮੰਗੂ ਹੋ ਗਿਆ। ਫਿਰ ਉਸ ਤੋਂ ਬਾਅਦ ਰਾਜਾ ਰਾਜ ਪਹਿਲਾ ਅਤੇ ਰਾਜੇਂਦਰ ਚੌਲ, ਇਹ ਦੋ ਪ੍ਰਸਿੱਧ ਰਾਜੇ ਹੋਏ ਨੇ। ਅਸੀਂ ਇਹਨਾਂ ਬਾਰੇ ਕਰਾਂਗੇ। ਰਾਜਾ ਰਾਜ ਪਹਿਲਾ 985 ਤੋਂ ਲੈ ਕੇ 1014 ਤੱਕ। ਰਾਜ ਪਹਿਲੇ ਨੂੰ ਰਾਜ ਚੌਲ ਵੀ ਆਖਿਆ ਜਾਂਦਾ ਹੈ। ਉਹ ਚੌਲ ਵੰਸ਼ ਦਾ ਮਹਾਨ ਅਤੇ ਸ਼ਕਤੀਸ਼ਾਲੀ ਰਾਜਾ ਸੀ। ਉਸਨੇ 985 ਈਸਵੀ ਤੋਂ 1000 ਈਸਵੀ ਤੱਕ ਰਾਜ ਕੀਤਾ। ਉਸਨੇ ਚੇਰ ਸੀਗੇ ਕੇਰਲਾ ਵਾਲੇ ਪਾਸੇ, ਉਹਨਾਂ ਨੂੰ ਵੀ ਹਰਾਤਾ। ਉਸਨੇ ਚੇਰ, ਪਾਂਡਿਆ ਅਤੇ ਸ਼੍ਰੀਲੰਕਾ ਦੇ ਰਾਜਿਆਂ ਨੂੰ ਹਰਾ ਕੇ ਉਹਨਾਂ ਦੇ ਬਹੁਤ ਸਾਰੇ ਮਹੱਤਵਪੂਰਨ ਇਲਾਕੇ ਆਪਣੇ ਕਬਜ਼ੇ ਵਿੱਚ ਕਰ ਲਏ ਸਨ। ਭਾਵ ਜੋ ਰਾਜ ਸੀਗਾ, ਇਹ ਬਸ ਰਾਜ ਕਹਿੰਦਾ ਮੇਰਾ ਰਾਜ ਹੀ ਚੱਲੇ, ਤਾਂ ਇਹਦਾ ਰਾਜ ਕਿੱਥੇ ਤੱਕ ਚੱਲਿਆ? ਸ਼੍ਰੀਲੰਕਾ ਤੱਕ। ਤਾਂ ਇਸਨੇ ਚੇਰ ਨੂੰ ਵੀ ਹਰਾਤਾ, ਕੇਰਲਾ ਵਾਲੇ ਪਾਸੇ ਨੂੰ ਵੀ ਹਰਾਤਾ, ਪਾਂਡਿਆਂ ਨੂੰ ਵੀ ਹਰਾਤਾ। ਠੀਕ ਆ ਜੀ। ਨੂੰ ਹਰਾ ਕੇ ਉਹਨਾਂ ਦੇ ਬਹੁਤ ਸਾਰੇ ਮਹੱਤਵਪੂਰਨ ਇਲਾਕੇ ਆਪਣੇ ਕਬਜ਼ੇ ਵਿੱਚ ਕਰ ਲਏ ਸਨ। ਉਸਨੇ ਬੜੀ ਦਿਲਚਸਪੀ ਨਾਲ ਸਮੁੰਦਰੀ ਸ਼ਕਤੀ ਦਾ ਆਧੁਨਿਕੀਕਰਨ ਕੀਤਾ, ਭਾਵ ਸਮੁੰਦਰੀ ਸ਼ਕਤੀ ਨੂੰ ਵਧਾਇਆ। ਉਸਦੇ ਸ਼ਾਸਨ ਪ੍ਰਬੰਧ ਵਿੱਚ ਬਹੁਤ ਸਾਰੇ ਸੁਧਾਰ ਕੀਤੇ। ਉਸਨੇ ਤੰਜੌਰ ਵਿੱਚ ਜਿਹੜੀ ਰਾਜਧਾਨੀ ਸੀ ਤੰਜੌਰ ਬਣਾਈ। ਕਿਹਨੇ ਸੀ? ਵਿਜ਼ਾਲਿਆ ਨੇ। ਜਿੱਤੀ ਕਿਤੋਂ ਸੀ? ਪੱਲਵਾਂ ਤੋਂ। ਉਸਨੇ ਤੰਜੌਰ ਵਿੱਚ ਇੱਕ ਪ੍ਰਸਿੱਧ ਰਾਜਾ ਰਾਜੇਸ਼ਵਰ ਮੰਦਰ ਬਣਾਇਆ। ਰਾਜ ਇਹਦਾ ਆਪਣਾ ਨਾਮ ਸੀਗਾ ਰਾਜੇਸ਼ਵਰ ਮੰਦਰ ਬਣਵਾਇਆ। ਰਾਜ ਕੀਤਾ 985 ਤੋਂ 1014 ਈਸਵੀ ਤੱਕ। ਰਾਜੇਂਦਰ ਚੌਲ ਸ਼ਾਸਕ ਨੇ ਚੌਲ ਰਾਜ ਦਾ ਵਿਸਤਾਰ ਕੀਤਾ, ਭਾਵੇਂ ਇਹਨੇ ਹੋਰ ਵਿਸਤਾਰ ਕੀਤਾ। ਰਾਜੇਂਦਰ ਚੌਲ ਨੇ ਹੋਰ ਕੀਤਾ। ਇਹਨੇ ਕੀਤਾ 1014 ਤੋਂ ਲੈ ਕੇ 1044 ਤੱਕ। ਉਸਨੇ ਪਾਂਡਿਆ, ਚੇਰ ਅਤੇ ਸ਼੍ਰੀਲੰਕਾ ਦੇ ਸ਼ਾਸਕਾਂ ਨੂੰ ਹਰਾ ਕੇ ਉਹਨਾਂ ਦੇ ਇਲਾਕੇ ਜਿੱਤ ਲਏ ਸਨ। ਰਾਜੇਂਦਰ ਚੌਲ ਨੇ ਆਪਣੇ ਨਾਂ 'ਤੇ ਗਗਈਕੋਂਡਾ ਚੋਲਾਪੁਰਮ ਨਗਰ ਵਸਾਇਆ। ਗਗਈਕੋਂਡਾ ਦਾ ਭਾਵ ਕੀ ਸੀਗਾ? ਕਿਉਂਕਿ ਨਗਰ ਵਸਾਇਆ ਅਤੇ ਉਸ ਨੂੰ ਚੌਲ ਰਾਜ ਦੀ ਰਾਜਧਾਨੀ ਬਣਾਇਆ। ਇਹ ਰਾਜੇਂਦਰ ਚੌਲ ਨੇ ਗੰਗਾ ਤੱਕ ਦੇ ਮਤਲਬ ਭਾਵ ਕਨੌਜ ਤੱਕ, ਉੱਪਰ ਮਗਧ ਤੱਕ ਇਹਨੇ ਮਾਰ ਕੀਤੀ ਸੀ, ਜਿੱਤ ਕੇ ਆਇਆ ਸੀ। ਉੱਥੋਂ ਗੰਗਾ ਦਾ ਪਾਣੀ ਵੀ ਲੈ ਕੇ ਆਇਆ ਸੀ। ਉਹ ਜਿੱਤ ਦੇ ਕਾਰਨ ਇਸਨੇ ਗਗਈਕੋਂਡਾ ਦੀ ਆਪਦੀ ਉਪਾਧੀ ਵੀ ਧਾਰਨ ਕਰ ਲਈ ਸੀ। ਅਤੇ ਰਾਜੇਂਦਰ ਚੌਲ ਨੇ ਕੀ ਕੀਤਾ ਸੀਗਾ? ਗਗਈਕੋਂਡਾ ਚੋਲਪੁਰਮ ਨਗਰ ਵਸਾਇਆ ਅਤੇ ਉਸ ਨੂੰ ਆਪਣੀ ਚੌਲ ਰਾਜ ਦੀ ਰਾਜਧਾਨੀ ਬਣਾਇਆ। ਦੱਖਣੀ ਪੂਰਬੀ ਏਸ਼ੀਆ ਵਿੱਚ ਅੰਡੇਮਾਨ, ਨਿਕੋਬਾਰ, ਮਲਾਇਆ
ਸੁਮਾਤਰਾ ਅਤੇ ਜਾਵਾ ਉਸ ਦੀਆਂ ਮਹੱਤਵਪੂਰਨ ਜਿੱਤਾਂ ਸਨ। ਭਾਵ ਉਸਨੇ ਦੱਖਣੀ ਪੂਰਬੀ ਏਸ਼ੀਆ 'ਚ ਜਿੱਤਾਂ ਜਿੱਤੀਆਂ, ਅੰਡੇਮਾਨ, ਨਿਕੋਬਾਰ, ਸੁਮਾਤਰਾ, ਮਲਾਇਆ, ਜਾਵਾ। ਇਸ ਨਾਲ ਚੀਨ ਅਤੇ ਦੱਖਣੀ ਭਾਰਤ ਦੇ ਆਪਸੀ ਵਪਾਰਕ ਸੰਬੰਧ ਸਥਾਪਿਤ ਹੋਏ। ਇਹਨਾਂ ਦਾ ਚੀਨ ਨਾਲ ਵੀ ਵਪਾਰਕ ਸੰਬੰਧ ਸਨ। ਇਸ ਨਾਲ ਚੌਲ ਰਾਜ ਦੀ ਆਮਦਨ ਵਿੱਚ ਬਹੁਤ ਵਾਧਾ ਹੋਇਆ। ਰਜਿੰਦਰ ਚੌਲ ਪਹਿਲੇ ਨੇ ਸ਼ਾਸਨ ਪ੍ਰਬੰਧ ਵਿੱਚ ਵੀ ਬਹੁਤ ਸੁਧਾਰ ਕੀਤੇ ਸਨ। ਰਜਿੰਦਰ ਚੌਲ ਦੇ ਉੱਤਰਾਧਿਕਾਰੀ ਆਪਣੇ ਗਵਾਂਢੀ ਸ਼ਾਸਕਾਂ ਨਾਲ ਲੜਦੇ ਰਹਿੰਦੇ ਸਨ। ਸਿੱਟੇ ਵਜੋਂ ਕੀ ਹੋ ਗਿਆ, ਚੌਲ ਰਾਜ ਦਾ ਕੀ ਹੋ ਗਿਆ ਜੀ, ਸਿੱਟੇ ਵਜੋਂ ਚੌਲ ਰਾਜ ਦਾ ਅੰਤ ਹੋ ਗਿਆ। ਇਹ ਸੀਗਾ ਸਾਡਾ ਰਾਜ ਪਹਿਲਾ ਅਤੇ ਰਜਿੰਦਰ ਚੌਲ।